ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਮੇਰਾ ਨਾਂ ਰੀਤਾ ਹੈ। ਬਚਪਨ 'ਚ ਹੀ ਮੇਰੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਸਾਡੇ ਗੁਆਂਢ 'ਚ ਇੱਕ ਅੰਕਲ ਰਹਿੰਦੇ ਸਨ। ਉਹਨਾਂ ਨੇ ਮੈਨੂੰ ਆਪਣੇ ਘਰ ਰੱਖ ਲਿਆ ਤੇ ਆਪਣੀ ਬੇਟੀ ਵਾਂਗ ਪਾਲਿਆ। ਜਦੋਂ ਮੈਂ ਵੱਡੀ ਹੋਈ ਤਾਂ ਉਹਨਾਂ ਦਾ ਹਰ ਕੰਮ ਮੈਂ ਹੀ ਕਰਨ ਲੱਗੀ। ਉਹਨਾਂ ਦਾ ਬਹੁਤ ਵੱਡਾ ਤੇ ਖੂਬਸੂਰਤ ਘਰ ਸੀ, ਪਰ ਉਸ ਘਰ 'ਚ ਸਿਰਫ ਉਹ ਹੀ ਰਹਿੰਦੇ ਸਨ। ਮੇਰੀ ਉਹਨਾਂ ਤੋਂ ਇਸ ਸੰਬੰਧੀ ਪੁੱਛਣ ਦੀ ਕਦੇ ਹਿੰਮਤ ਨਾ ਹੋਈ ਕਿ ਉਹਨਾਂ ਦੇ ਪਰਿਵਾਰ ਵਾਲੇ ਕਿੱਥੇ ਰਹਿੰਦੇ ਹਨ। ਉਹਨਾਂ ਨੇ ਮੈਨੂੰ ਆਪਣੇ ਘਰ ਰੱਖ ਕੇ ਮੇਰੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਸੀ। ਉਹ ਮੇਰੀ ਕੱਪੜਿਆਂ, ਪੈਸਿਆਂ ਤੇ ਹੋਰ ਹਰ ਤਰੀਕੇ ਨਾਲ ਮਦਦ ਕਰਦੇ ਸਨ। ਇਸ ਘਰ 'ਚ ਮੇਥੋਂ ਇਲਾਵਾ 2 ਨੌਕਰ ਹੋਰ ਸਨ। ਘਰ ਇੱਕ ਬਹੁਤ ਹੀ ਵੱਡਾ ਸਟੋਰ ਰੂਮ ਸੀ, ਜਿਸ 'ਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਅੰਕਲ ਨੇ ਮੈਨੂੰ ਖਾਸ ਤੌਰ ਤੇ ਆਖ ਰੱਖਿਆ ਸੀ ਕਿ ਮੈਂ ਉਸ ਕਮਰੇ ਵੱਲ ਕਦੇ ਨਾ ਜਾਵਾਂ। ਉਹ ਸਟੋਰ ਰੂਮ ਉੱਪਰਲੀ ਮੰਜ਼ਲ ਤੇ ਸੀ। ਮੈਂ ਹਮੇਸ਼ਾ ਇਹ ਸੋਚਦੀ ਰਹਿੰਦੀ ਸੀ ਕਿ ਪਤਾ ਨਹੀਂ ਇਸ ਕਮਰੇ 'ਚ ਅਜਿਹਾ ਕੀ ਹੈ ਜੋ ਅੰਕਲ ਮੈਨੂੰ ਉੱਥੇ ਜਾਣ ਤੋਂ ਮਨਾ ਕਰਦੇ ਹਨ। ਹੋਰ ਤਾਂ ਹੋਰ ਉਹਨਾਂ ਨੇ ਤਾਂ ਉੱਪਰਲੀ ਫਲੋਰ ਤੇ ਹੀ ਜਾਣ ਤੋਂ ਮਨਾ ਕਰ ਰੱਖਿਆ ਸੀ। ਇੱਕ ਵਾਰ ਮੈਂ ਉਹਨਾਂ ਉੱਪਰਲੀ ਫਲੋਰ ਦੀ ਸਫਾਈ ਕਰਨ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ, ਤੂੰ ਉੱਪਰ ਦੀ ਸਫਾਈ ਕਰ ਲੈ, ਪਰ ਸਟੋਰ ਵੱਲ ਨਾ ਜਾਵੀਂ। ਮੇਰੀ ਉਹਨਾਂ ਤੋਂ ਇਹ ਪੁੱਛਣ ਦੀ ਹਿੰਮਤ ਨਾ ਹੋਈ ਕਿ ਤੁਸੀਂ ਮੈਨੂੰ ਉਸ ਕਮਰੇ ਵੱਲ ਜਾਣ ਤੋਂ ਕਿਉਂ ਮਨਾ ਕਰਦੇ ਹੋ। ਮੈਨੂੰ ਪਤਾ ਸੀ ਕਿ ਅੰਕਲ ਮੇਰੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਨ ਤੇ ਮੈਂ ਉਹਨਾਂ ਦਾ ਇਹ ਵਿਸ਼ਵਾਸ ਤੋੜਨਾ ਨਹੀਂ ਚਾਹੁੰਦੀ ਸੀ, ਕਿਉਂਕਿ ਮੈਨੂੰ ਇਸ ਘਰ 'ਚ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਮੈਂ ਆਪਣੀ ਮਰਜ਼ੀ ਦਾ ਖਾਂਦੀ ਪੀਂਦੀ ਤੇ ਪਹਿਨਦੀ ਸੀ। ਮੈਂ ਅੰਕਲ ਨੂੰ ਬਹੁਤ ਵਾਰ ਉੱਪਰ ਵਾਲੇ ਫਲੋਰ 'ਚ ਜਾਂਦੇ ਹੋਏ ਦੇਖਿਆ ਸੀ। ਸ਼ਾਇਦ ਉਹ ਉਸੇ ਕਮਰੇ ਜਾਂਦੇ ਸਨ। ਕੁਝ ਦਿਨ ਬਾਅਦ ਅੰਕਲ ਨੂੰ ਸ਼ਹਿਰ ਤੋਂ ਬਾਹਰ ਕੁਝ ਕੰਮ ਲਈ ਜਾਣਾ ਪਿਆ। ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਪੂਰੇ ਘਰ ਦੀਆਂ ਚਾਬੀਆਂ ਦੇ ਕੇ ਕਿਹਾ ਕਿ ਤੂੰ ਪੂਰੇ ਘਰ ਦਾ ਚੰਗੀ ਤਰ੍ਹਾਂ ਧਿਆਨ ਰੱਖੀ ਤੇ ਨਾਲ ਹੀ ਮੈਨੂੰ ਕਿਹਾ ਕਿ ਉੱਪਰ ਵਾਲੇ ਫਲੋਰ ਤੇ ਸਫਾਈ ਕਰਨ ਲਈ ਵੀ ਨਾ ਜਾਵੀਂ। ਉਹ ਮੈਨੂੰ ਬਚਪਨ ਤੋਂ ਦੇਖ ਰਹੇ ਸਨ, ਇਸ ਲਈ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਸੀ। ਇਸੇ ਕਰਕੇ ਉਹਨਾਂ ਨੇ ਪੂਰੇ ਘਰ ਦੀਆਂ ਚਾਬੀਆਂ ਮੇਰੇ ਹਵਾਲੇ ਕਰ ਦਿੱਤੀਆਂ ਸਨ। ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ, ਤੁਸੀਂ ਫਿਕਰ ਨਾ ਕਰੋ, ਮੈਂ ਹਰ ਚੀਜ਼ ਦਾ ਧਿਆਨ ਰੱਖਾਂਗੀ। ਹੁਣ ਮੈਂ ਘਰ 'ਚ ਸਿਰਫ ਇਕੱਲੀ ਸੀ ਤੇ ਮੈਨੂੰ ਹਰ ਗੱਲ ਦੀ ਆਜ਼ਾਦੀ ਸੀ। ਮੈਂ ਆਪਣੀ ਮਰਜ਼ੀ ਨਾਲ ਜੋ ਚਾਹੇ ਕਰ ਸਕਦੀ ਸੀ। ਘਰ 'ਚ ਜਿੱਥੇ ਚਾਹਾਂ ਜਾ ਸਕਦੀ ਸੀ। ਅੰਕਲ ਦੇ ਜਾਣ ਤੋਂ ਬਾਅਦ ਮੈਂ ਸੋਚ ਰਹੀ ਸੀ ਕਿ ਆਖਰ ਉੱਪਰ ਸਟੋਰ ਰੂਮ 'ਚ ਅਜਿਹਾ ਕੀ ਹੈ ਜੋ ਖਾਸ ਕਰਕੇ ਅੰਕਲ ਮੈਨੂੰ ਉੱਥੇ ਜਾਣ ਤੋਂ ਮਨਾ ਕਰਕੇ ਗਏ ਹਨ। ਹੁਣ ਤਾਂ ਮੇਰੇ ਕੋਲ ਪੂਰੇ ਘਰ ਦੀਆਂ ਚਾਬੀਆਂ ਸਨ ਤੇ ਉਹਨਾਂ ਚਾਬੀਆਂ 'ਚ ਸਟੋਰ ਦੀਆਂ ਵੀ ਚਾਬੀਆਂ ਸਨ। ਮੇਰੇ ਦਿਲ 'ਚ ਵਾਰ-ਵਾਰ ਇਹੀ ਖਿਆਲ ਆ ਰਿਹਾ ਸੀ ਕਿ ਮੈਂ ਉੱਪਰ ਜਾ ਕੇ ਦੇਖਾਂ ਕਿ ਕਮਰੇ 'ਚ ਹੈ ਕੀ, ਪਰ ਮੈਂ ਇਹ ਸੋਚ ਕੇ ਘਬਰਾ ਗਈ ਕਿ ਜੇਕਰ ਅੰਕਲ ਨੂੰ ਪਤਾ ਲੱਗ ਗਿਆ ਕਿ ਮੈਂ ਉੱਪਰ ਵਾਲੇ ਫਲੋਰ ਤੇ ਗਈ ਸੀ ਤਾਂ ਕਿਤੇ ਉਹ ਮੈਨੂੰ ਘਰੋਂ ਹੀ ਨਾ ਕੱਢ ਦੇਣ। ਅੰਕਲ ਤੇ ਇਸ ਘਰ ਤੋਂ ਇਲਾਵਾ ਮੇਰਾ ਕੋਈ ਹੋਰ ਸਹਾਰਾ ਨਹੀਂ ਸੀ। ਫਿਰ ਮੈਂ ਸੋਚਿਆ ਕਿ ਇੱਥੇ ਤਾਂ ਮੈਨੂੰ ਕੋਈ ਦੇਖਣ ਵਾਲਾ ਹੀ ਨਹੀਂ ਹੈ। ਡਰਾਈਵਰ ਤਾਂ ਅੰਕਲ ਨਾਲ ਚਲਾ ਗਿਆ ਤੇ ਵਾਚਮੈਨ ਵੀ ਘਰ ਦੇ ਅੰਦਰ ਨਹੀਂ ਆਉਂਦਾ। ਹਿੰਮਤ ਕਰਕੇ ਉੱਪਰ ਜਾਣ ਲੱਗੀ। ਪੌੜੀਆਂ ਚੜ੍ਹਦੇ ਸੋਚ ਰਹੀ ਸੀ ਕਿ ਹੋ ਸਕਦਾ ਹੈ ਕਿ ਕਮਰੇ 'ਚ ਅੰਕਲ ਦੀਆਂ ਬਚਪਨ ਦੀਆਂ ਕੁਝ ਯਾਦਾਂ ਹੋਣ ਤੇ ਉਹ ਕਿਸੇ ਹੋਰ ਨਾਲ ਸ਼ੇਅਰ ਨਾ ਕਰਨਾ ਚਾਹੁੰਦੇ ਹੋਣ, ਜਾਂ ਫਿਰ ਉਹਨਾਂ ਦਾ ਕੋਈ ਕੀਮਤੀ ਸਮਾਨ ਹੋਵੇ, ਇਸ ਲਈ ਉਹਨਾਂ ਨੇ ਸਾਨੂੰ ਕਮਰੇ ਜਾਣ ਤੋਂ ਮਨਾ ਕਰ ਰੱਖਿਆ ਹੋਵੇ। ਇਹ ਸੋਚਦੇ ਮੈਂ ਸਟੋਰ ਦੇ ਸਾਹਮਣੇ ਪਹੁੰਚੀ ਤੇ 2 ਮਿੰਟ ਉੱਥੇ ਖੜ ਕੇ ਸੋਚਦੀ ਰਹੀ, ਪਰ ਸਟੋਰ ਦਾ ਦਰਵਾਜ਼ਾ ਖੋਲ੍ਹਦੇ ਹੋਏ ਮੈਨੂੰ ਡਰ ਲੱਗ ਰਿਹਾ ਸੀ। ਅਚਾਨਕ ਮੇਰੇ ਦਿਲ 'ਚ ਖਿਆਲ ਆਇਆ ਕਿ ਅੰਕਲ ਮੇਰੇ ਤੇ ਇੰਨਾ ਵਿਸ਼ਵਾਸ ਕਰਦੇ ਹਨ ਤੇ ਇਸੇ ਵਿਸ਼ਵਾਸ ਕਰਕੇ ਮੈਨੂੰ ਸਾਰੇ ਘਰ ਦੀਆਂ ਚਾਬੀਆਂ ਦੇ ਕੇ ਗਏ ਹਨ। ਫਿਰ ਮੈਂ ਉਹਨਾਂ ਦਾ ਵਿਸ਼ਵਾਸ ਕਿਵੇਂ ਤੋੜ ਸਕਦੀ ਹਾਂ? ਜੇਕਰ ਉਹਨਾਂ ਨੂੰ ਮੇਰੀ ਇਸ ਹਰਕਤ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੂੰ ਕਿੰਨਾ ਦੁੱਖ ਹੋਵੇਗਾ। ਉਹ ਤਾਂ ਮੈਨੂੰ ਇਸ ਘਰੋਂ ਹੀ ਕੱਢ ਦੇਣਗੇ। ਇਹ ਸੋਚ ਕੇ ਮੈਂ ਹੇਠਾਂ ਉੱਤਰ ਆਈ। ਅੰਕਲ ਨੂੰ ਗਏ 1 ਹਫ਼ਤਾ ਹੋ ਗਿਆ ਸੀ। ਅੰਕਲ ਦੇ ਆਉਣ 'ਚ ਅਜੇ ਕੁਝ ਦਿਨ ਬਾਕੀ ਸਨ। ਮੈਂ ਸੋਚਿਆ ਕਿ ਕਿਉਂ ਨਾ ਉੱਪਰ ਵਾਲੇ ਫਲੋਰ ਦੀ ਸਫਾਈ ਕਰ ਦੇਵਾਂ, ਕਿਉਂਕਿ ਉੱਪਰ ਕਾਫੀ ਧੂੜ ਮਿੱਟੀ ਜੰਮ ਗਈ ਸੀ ਤੇ ਮੈਂ ਘਰੇ ਇਕੱਲੀ ਵੀ ਸੀ। ਮੇਰਾ ਦਿਲ ਨਹੀਂ ਲੱਗ ਰਿਹਾ ਸੀ। ਅੰਕਲ ਹੁੰਦੇ ਸਨ ਤਾਂ ਉਹ ਸਾਰਾ ਦਿਨ ਮੇਰੇ ਤੋਂ ਕੁਝ ਨਾ ਕੁਝ ਹਲਕਾ ਫੁਲਕਾ ਕੰਮ ਕਰਵਾਉਂਦੇ ਹੀ ਰਹਿੰਦੇ ਸਨ। ਮੈਂ ਸੋਚਿਆ ਕਿ ਉੱਪਰ ਦੇ ਫਲੋਰ ਦੀ ਸਫਾਈ ਹੀ ਕਰ ਲੈਂਦੀ ਹਾਂ। ਮੇਰਾ ਸਮਾਂ ਵੀ ਲੰਘ ਜਾਵੇਗਾ
ਤੇ ਨਾਲੇ ਸਫਾਈ ਹੋ ਜਾਵੇਗੀ। ਉੱਪਰ ਗਈ ਤਾਂ ਖਿਆਲ ਆਇਆ ਕਿ ਸਟੋਰ ਖੋਲ ਕੇ ਦੇਖਦੀ ਹਾਂ ਤੇ ਇਸ ਵਾਰ ਬਿਨਾਂ ਦੇਰ ਕੀਤੇ ਇੱਕ ਚਾਬੀ ਸਟੋਰ ਦੇ ਤਾਲੇ 'ਚ ਪਾਈ ਤਾਂ ਸਟੋਰ ਦਾ ਤਾਲਾ ਖੁੱਲ ਗਿਆ। ਮੈਂ ਡਰਦੇ ਡਰਦੇ ਸਟੋਰ ਦੇ ਅੰਦਰ 2-3 ਕਦਮ ਵਧਾਏ ਤੇ ਸਟੋਰ 'ਚ ਜੋ ਮੈਂ ਦੇਖਿਆ ਉਸ ਨਾਲ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਸਟੋਰ 'ਚ ਅਜਿਹਾ ਕੁਝ ਹੋਵੇਗਾ। ਮੈਂ ਤੁਰੰਤ ਸਟੋਰ ਦਾ ਦਰਵਾਜ਼ਾ ਬੰਦ ਕੀਤਾ ਤੇ ਭੱਜ ਕੇ ਹੇਠਾਂ ਆ ਗਈ। ਮੇਰੀ ਅੰਦਰ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਸਟੋਰ ਦੇ ਅੰਦਰ ਜਾਂਦੀ। ਦਰਵਾਜ਼ਾ ਖੋਲ੍ਹਦੇ ਹੀ ਜੋ ਦ੍ਰਿਸ਼ ਮੈਂ ਦੇਖਿਆ ਉਸ ਨਾਲ ਤਾਂ ਮੇਰੀ ਰੂਹ ਕੰਬ ਗਈ ਸੀ। ਮੈਂ ਅਜੇ ਤੱਕ ਡਰੀ ਹੋਈ ਸੀ ਤੇ ਕੰਬ ਰਹੀ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਕਮਰੇ 'ਚ ਅਜਿਹਾ ਕੁਝ ਹੋ ਸਕਦਾ ਹੈ ਜਿਸ ਨੂੰ ਦੇਖ ਕੇ ਮੇਰੀ ਹਾਲਤ ਖਰਾਬ ਹੋ ਗਈ। ਮੈਂ ਘਰ 'ਚ ਬਿਲਕੁਲ ਇਕੱਲੀ ਸੀ। ਮੈਂ ਕੁਝ ਦੇਰ ਸੋਫੇ 'ਤੇ ਬੈਠ ਕੇ ਇਹੀ ਸੋਚਦੀ ਰਹੀ। ਕੁਝ ਦੇਰ ਬਾਅਦ ਮੇਰੀ ਹਾਲਤ ਠੀਕ ਹੋਈ ਤਾਂ ਮੈਂ ਪਾਣੀ ਪੀਤਾ। ਮੈਂ ਸੋਚਿਆ ਕਿ ਜੇਕਰ ਅੰਕਲ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਇਸ ਘਰੋਂ ਧੱਕੇ ਮਾਰ ਕੇ ਕੱਢ ਦੇਣਗੇ। ਪਰ ਜੋ ਕੁਝ ਮੈਂ ਦੇਖਿਆ ਸੀ ਉਸ ਤੋਂ ਬਾਅਦ ਮੈਂ ਚੁੱਪ ਨਹੀਂ ਰਹਿ ਸਕਦੀ ਸੀ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਅਜਿਹਾ ਕਿਉਂ ਸੀ। ਭਾਵੇਂ ਘਰ ਬਹੁਤ ਵੱਡਾ ਸੀ ਪਰ ਮੈਂ ਆਪਣੇ ਕਮਰੇ 'ਚ ਹੀ ਰਹਿੰਦੀ ਸੀ ਤੇ ਮੈਂ ਤਾਂ ਅੰਕਲ ਦਾ ਕਮਰਾ ਵੀ ਚੰਗੀ ਤਰ੍ਹਾਂ ਨਹੀਂ ਸੀ ਦੇਖਿਆ। ਪਰ ਅੱਜ ਜੋ ਮੈਂ ਸਟੋਰ ਰੂਮ 'ਚ ਦੇਖਿਆ ਸੀ ਉਸ ਤੋਂ ਬਾਅਦ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਅੰਕਲ ਹੈ ਕੌਣ, ਉਹਨਾਂ ਦਾ ਪਿਛੋਕੜ ਕੀ ਹੈ। ਮੈਂ ਸੋਚਿਆ ਅੰਕਲ ਦੇ ਕਮਰੇ ਜਾ ਕੇ ਦੇਖਦੀ ਹਾਂ ਕਿ ਪਤਾ ਉੱਥੇ ਕੁਝ ਮਿਲ ਜਾਵੇ ਜਿਸ ਨਾਲ ਮੈਨੂੰ ਸੱਚਾਈ ਪਤਾ ਲੱਗ ਜਾਵੇ। ਮੈਂ ਅੰਕਲ ਦੇ ਕਮਰੇ 'ਚ ਗਈ ਤੇ ਕਮਰੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਕਮਰੇ 'ਚ ਕਿਸੇ ਵੀ ਦਰਾਜ਼ 'ਚ ਲਾਕ ਨਹੀਂ ਲੱਗਿਆ ਹੋਇਆ ਸੀ। ਇਸੇ ਕਰਕੇ ਮੈਨੂੰ ਤਲਾਸ਼ੀ ਲੈਣ 'ਚ ਬਹੁਤ ਆਸਾਨੀ ਹੋਈ। ਅੰਕਲ ਸ਼ਾਇਦ ਇਸ ਕਰਕੇ ਕਿਤੇ ਲੌਕ ਨਹੀਂ ਲਗਾ ਕੇ ਗਏ ਸਨ ਕਿਉਂਕਿ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਸੀ। ਉਹਨਾਂ ਦਾ ਸਿਰਫ ਕਮਰੇ ਦਾ ਦਰਵਾਜ਼ਾ ਲੌਕ ਸੀ। ਅੱਜ ਮੈਂ ਉਹਨਾਂ ਦਾ ਭਰੋਸਾ ਤੋੜ ਦਿੱਤਾ ਸੀ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਪਰ ਮੈਂ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਉੱਪਰ ਕਮਰੇ ਜੋ ਮੈਂ ਦੇਖਿਆ ਉਸ ਦਾ ਕੀ ਮਤਲਬ ਹੈ। ਮੈਂ ਅੱਜ ਤੱਕ ਇਹੀ ਸੋਚਦੀ ਸੀ ਕਿ ਅੰਕਲ ਇਕੱਲੇ ਕਿਉਂ ਰਹਿੰਦੇ ਹਨ, ਉਹਨਾਂ ਦਾ ਬਾਕੀ ਪਰਿਵਾਰ ਕਿੱਥੇ ਹੈ, ਪਰ ਕਦੇ ਉਹਨਾਂ ਤੋਂ ਇਸ ਬਾਰੇ ਪੁੱਛਣ ਦੀ ਹਿੰਮਤ ਨਾ ਹੋਈ। ਅੰਕਲ ਦੇ ਕਮਰੇ 'ਚ ਮੈਨੂੰ ਜ਼ਿਆਦਾ ਕੁਝ ਤਾਂ ਨਹੀਂ ਮਿਲਿਆ ਪਰ ਉਹਨਾਂ ਦੀ ਅਲਮਾਰੀ 'ਚ ਕੁਝ ਫੋਟੋਆਂ ਤੇ ਇੱਕ ਡਾਇਰੀ ਮਿਲੀ। ਮੈਂ ਉਹ ਡਾਇਰੀ ਖੋਲ੍ਹ ਕੇ ਪੜ੍ਹੀ ਤਾਂ ਮੇਰੀ ਹਾਲਤ ਖਰਾਬ ਹੋ ਗਈ। ਮੈਂ ਤਾਂ ਅੰਕਲ ਨੂੰ ਬਹੁਤ ਰਹਿਮਦਿਲ ਸਮਝਦੀ ਸੀ ਪਰ ਅਸਲ 'ਚ ਅੰਕਲ ਤਾਂ ਕੁਝ ਹੋਰ ਹੀ ਸਨ। ਡਾਇਰੀ ਪੜ੍ਹਨ ਤੋਂ ਬਾਅਦ ਮੈਨੂੰ ਜ਼ਿਆਦਾ ਤਾਂ ਨਹੀਂ ਪਰ ਕੁਝ ਕੁ ਗੱਲਾਂ ਥੋੜੀਆਂ ਸਮਝ 'ਚ ਆ ਗਈਆਂ ਸਨ। ਅਜੇ ਮੈਂ ਅੰਕਲ ਦਾ ਪੂਰਾ ਸੱਚ ਨਹੀਂ ਜਾਣ ਸਕੀ ਸੀ। ਮੈਂ ਇਹੀ ਸੋਚ ਰਹੀ ਸੀ ਕਿ ਇਸ ਤਰੀਕੇ ਮੈਨੂੰ ਪੂਰਾ ਸੱਚ ਪਤਾ ਲੱਗੇਗਾ। ਉੱਥੇ ਕੁਝ ਫੋਟੋਆਂ ਵੀ ਸਨ ਜੋ ਸ਼ਾਇਦ ਅੰਕਲ ਦੇ ਮਾਤਾ ਪਿਤਾ ਦੀਆਂ ਸਨ। ਮੈਂ ਉਹਨਾਂ ਦੇ ਮਾਤਾ ਪਿਤਾ ਦੀ ਫੋਟੋ ਪਹਿਲੀ ਵਾਰ ਵੇਖੀ ਸੀ। ਉਹਨਾਂ ਦੀ ਗੋਦ 'ਚ ਇੱਕ ਬੱਚਾ ਸੀ ਜੋ ਸ਼ਾਇਦ ਅੰਕਲ ਹੀ ਸੀ। ਮੈਨੂੰ ਥੋੜਾ ਬਹੁਤ ਕੁਝ ਸਮਝ ਆ ਰਿਹਾ ਸੀ ਪਰ ਮੈਂ ਅਜੇ ਪੂਰਾ ਸੱਚ ਨਹੀਂ ਜਾਣ ਸਕੀ ਸੀ। ਮੈਂ ਅੰਕਲ ਦਾ ਕਮਰਾ ਪਹਿਲਾਂ ਵਾਂਗ ਲੌਕ ਕਰ ਦਿੱਤਾ ਤੇ ਕਮਰੇ 'ਚੋਂ ਬਾਹਰ ਆ ਗਈ। ਮੈਂ ਸਟੋਰ ਵੀ ਇਸ ਤਰ੍ਹਾਂ ਹੀ ਬੰਦ ਕਰ ਦਿੱਤਾ ਸੀ ਜਿਵੇਂ ਪਹਿਲਾਂ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਅੰਕਲ ਨੂੰ ਪਤਾ ਲੱਗੇ ਕਿ ਮੈਂ ਉਹਨਾਂ ਦੇ ਕਮਰੇ 'ਚ ਗਈ ਸੀ ਤੇ ਕਮਰੇ ਦੀ ਤਲਾਸ਼ੀ ਲਈ ਹੈ ਤੇ ਨਾ ਹੀ ਉਹਨਾਂ ਨੂੰ ਇਹ ਗੱਲ ਪਤਾ ਲੱਗੇ ਕਿ ਮੈਂ ਸਟੋਰ ਖੋਲ੍ਹ ਕੇ ਦੇਖਿਆ ਹੈ। ਹੁਣ ਮੈਨੂੰ ਅੰਕਲ ਤੋਂ ਡਰ ਲੱਗਣ ਲੱਗਿਆ ਸੀ। ਮੈਂ ਬਚਪਨ ਤੋਂ ਇਸ ਘਰ 'ਚ ਅੰਕਲ ਨਾਲ ਇਕੱਲੀ ਰਹਿ ਰਹੀ ਸੀ ਪਰ ਕਦੇ ਮੈਨੂੰ ਉਹਨਾਂ ਤੋਂ ਡਰ ਨਹੀਂ ਲੱਗਿਆ। ਪਰ ਅੱਜ ਸਟੋਰ ਦੇਖਣ ਤੋਂ ਬਾਅਦ ਮੈਨੂੰ ਅੰਕਲ ਤੋਂ ਡਰ ਲੱਗ ਰਿਹਾ ਸੀ। ਅੰਕਲ ਦੇ ਵਾਪਸ ਆਉਣ ਦਾ ਸਮਾਂ ਹੋ ਰਿਹਾ ਸੀ ਤੇ ਮੇਰੇ ਅੰਦਰ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਪਰ ਫਿਰ ਵੀ ਮੈਨੂੰ ਉਹਨਾਂ ਦਾ ਸਾਹਮਣਾ ਕਰਨਾ ਪਿਆ। ਮੈਂ ਉਹਨਾਂ ਨੂੰ ਖਾਣਾ ਦਿੱਤਾ ਤੇ ਆਪਣੇ ਕਮਰੇ 'ਚ ਆ ਗਈ। ਹੁਣ ਮੈਂ ਸੋਚ ਰਹੀ ਸੀ ਕਿ ਅੰਕਲ ਨੂੰ ਪਤਾ ਲੱਗ ਗਿਆ ਤਾਂ ਉਹ ਪਤਾ ਨਹੀਂ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਨਗੇ, ਕਿਤੇ ਉਹ ਮੇਰੀ ਜਾਨ ਹੀ ਨਾ ਲੈ ਲੈਣ। ਮੈਂ ਆਪਣੇ ਕਮਰੇ 'ਚ ਆਰਾਮ ਕਰ ਰਹੀ ਸੀ ਕਿ ਮੇਰੇ ਫੋਨ ਦੀ ਘੰਟੀ ਵੱਜੀ। ਜਦੋਂ ਮੈਂ ਫੋਨ ਚੁੱਕਿਆ ਤਾਂ ਅੰਕਲ ਬੋਲ ਰਹੇ ਸਨ। ਅੰਕਲ ਨੇ ਮੈਨੂੰ ਆਪਣੇ ਕਮਰੇ 'ਚ ਬੁਲਾਇਆ ਸੀ। ਇਹ ਸੁਣ ਕੇ ਮੇਰੀ ਜਾਨ ਨਿਕਲ ਵਰਗੀ ਹੋ ਗਈ। ਮੈਂ ਸੋਚਿਆ ਕਿ ਸ਼ਾਇਦ ਅੰਕਲ ਨੂੰ ਸਾਰਾ ਸੱਚ ਪਤਾ ਲੱਗ ਗਿਆ ਹੈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੈਂ ਘਰ 'ਚ ਬਿਲਕੁਲ ਇਕੱਲੀ ਸੀ। ਇਹ ਸੋਚ ਕੇ ਮੈਨੂੰ ਅੰਕਲ ਤੋਂ ਡਰ ਲੱਗ ਰਿਹਾ ਸੀ। ਅੰਕਲ ਨੇ ਮੈਨੂੰ ਕਿਹਾ ਕਿ ਠੰਡ ਬਹੁਤ ਹੈ ਇਸ ਲਈ ਇੱਕ ਕੱਪ ਚਾਹ ਬਣਾ ਦਿਓ। ਇਹ ਸੁਣ ਕੇ ਮੇਰੀ ਜਾਨ 'ਚ ਜਾਨ ਆਈ।
मैं चाह बना के अंकल दे कमरे 'ਚ ਭੇਜ ਦਿੱਤੀ। अंकल ने मैनू फिर तो अपने कमरे 'ਚ बुलाया ते अपने कोल बिठाया ते पूछन लगे कि तू मेरे जान तो बाद मेरे कमरे की तलाशी लई सी। उन्हां दी एक गल सुन के मेरी हालत खराब हो गई। मैं सोचन लगी कि उन्हां नू किवें पता लग गया, पर मैं उन्हां दे सामने चुप रह के सिर सुट के बैठी रही। उन्हां कहा कि तेनू अजिहा की चाहिदा सी मेरे कमरे चों जो तेनू मेरे पिछों मेरे कमरे की तलाशी लैनी पई। किस चीज़ की लोड़ सी कि मैं तेरा ख्याल रखने च कोई कमी छड्डी सी। अंकल बहुत ही आराम नाल मेरे तो पूछ रहे सन, पर मेरे कोल उन्हां दियां गल्लां दा कोई जवाब नहीं सी। मैं उन्हां दा विश्वास तोड़िया सी। उन्हां कहा कि तेनू की लग्या कि मैनू कुछ पता नहीं लगेगा। मैं तां कमरे च वड़दा ही समझ गया सी कि किसी ने मेरे कमरे की तलाशी ली है। बोल आखिर तेनू की चाहिदा सी। मेरियां सारियां दराजां चेक कीतियां, मेरा सारा समान उल्ट पुलट कर दिता। फिर मैं सोचा कि मैं तो सारा समान चंगी तरह ठीक करके रखा सी, फिर अंकल नू किवें पता लग गया। फिर अंकल ने मैनू दस्या कि मैं अपने सारा समान चंगी तरह रखदा हाँ, मैनू कोई भी चीज़ इधर उधर पई पसंद नहीं। शायद तो कॉलेज च मेरा समान चंगी तरह रखना भुल गई सी। अंकल बहुत गुस्से सी, पर फिर भी मेरे नाल नरमी नाल गल कर रहे सन। उन्हां मैनू सवाल ते सवाल कर रहे सन, पर मेरे कोल उन्हां दे सवालों का जवाब नहीं सी। आखिर मैं उन्हां नू दस ही दिता कि मैं ऊपर वाले फ्लोर ते सफाई करन गई सी। मेरी नज़र स्टोर ते पई तां मैं अपना शक दूर करन लई स्टोर खोल के देखा ते जिवें ही मैं स्टोर का दरवाजा खोलिया तां मेरी जान ही निकल गई सी। इसे करके सच जानन लई मैनू तुहाडे कमरे की तलाशी लैनी पई। मैनू लग्या कि हो सकता है कि तुहाडे कमरे चों मैनू कोई ना कोई सुराग मिल जावे जिस नाल मैनू पूरा सच पता लग जावे, पर तुहाडे कमरे च मैनू कुछ भी नहीं मिलिया। जो कुछ भी मैं ऊपर देखा उस तो बाद जेकर मैं चुप रहिंदी तां ओह मेरे लिए पाप हुंदा। मैनू तुहाडे कमरे सिर्फ एक डायरी ते कुछ फोटोआं मिलियां सन, जिसनों देख के मैं सोचन च पै गई ते मैनू समझ नहीं आ रहा सी कि तुसी अजिहा क्यों कीता। कि कोई आदमी किसी नाल अजिहा भी कर सकता है। मैं तां तुहानू नेक समझदी सी, पर तुसी तां कुछ होर ही निकले। मैं कदे भी तुहाडे बारे अजिहा नहीं सोच सकदी सी। मैनू अंकल तो बहुत डर लग रहा सी, पर फिर भी मैं उन्हां नू सब कुछ आख दिता। मैं सोचा कि ज़्यादा तो ज़्यादा वो मैनू इस घरों कढ़ दिंदे, पर जो भी मैं ऊपर देखा उस तो बाद मैं चुप नहीं रह सकती सी। अंकल मेरी गल सुन के गुस्सा होने की थां मुस्कुरा के मैनू देखन लगे ते मैनू आखन लगे कि यह जान के खुशी हुई कि तेनू सही ते गलत का फर्क पता है। जेकर तेनू सच जानना सी तां मेरे तो पुछ लैंदी। तेनू इस तरह मेरे पिछों कमरे की तलाशी नहीं लैनी चाहिदी सी। मैं तेरे ते विश्वास कीता सी ते तू मेरे विश्वास नू तोड़ दिता। तू सच नू जानना है तां ठीक है, अज मैं तेनू सारा सच दसदा हाँ, फिर तेनू पता लग जाएगा कि तू जो देखा वो सही सी या गलत। मैं सिर्फ 4 साल का सी जदों पिता जी का देहांत हो गया। मेरे गुआंढ च एक आदमी रहिंदा सी जो पिता जी के देहांत तो बाद मेरा बहुत ख्याल रखता सी। उन्हां ने मेरी मां नाल विआह करन लई कहा। मेरी मां ने उन्हां नाल विआह लई ये सोच के हाँ कर दिती कि वो मेरा बहुत ज़्यादा ख्याल रखते हैं ते मैनू पिता की कमी महसूस नहीं होने देंगे ते मेरे पिता जी का कारोबार भी बहुत वड्डा सी, वो भी संभाल लैणगे क्योंकि इकल्ली मां इन्ना वड्डा कारोबार नहीं संभाल सकती सी ते मैं भी उस समय बहुत छोटा सी। विआह तो बाद भी मेरे दूजे पिता मेरा बहुत ख्याल रखते सन। वो मैनू स्कूल छड्ड के आउंदी ते स्कूल तो वापस भी लैन जाते सन। मेरी हर चीज़ का ख्याल रखते सन ते मेरे नाल खेडते भी सन। मैं भी उन्हां नाल बहुत खुश सी ते मेरी मां भी बहुत खुश सी, पर मेरी मां दा ते उन्हां दा साथ कुछ ही दिनां दा सी। विआह तो 1 साल बाद ही मेरी मां दा दिल का दौरा पैन कारण देहांत हो गया। मेरे पिता जी ने अपनी मौत तो बाद ही अपनी वसीयत बना दी सी, जिस अनुसार सब कुछ मेरे नां सी। जदों मैं 18 साल का हुंदा तब पिता जी का सब कुछ मेरे नां हो जाता। मेरी मां दे नां ज़्यादा कुछ नहीं सी, सगों सिर्फ एक घर ते कुछ जायदाद सी
ਜੋ ਕਿ ਉਹਨਾਂ ਨੇ ਮਰਨ ਤੋਂ ਪਹਿਲਾਂ ਆਪਣੇ ਦੂਜੇ ਪਤੀ ਦੇ ਨਾਂ ਕਰ ਦਿੱਤੀ ਸੀ। ਹੁਣ ਜਦੋਂ ਤੱਕ ਮੈਂ 18 ਸਾਲ ਦਾ ਨਹੀਂ ਹੁੰਦਾ, ਉਦੋਂ ਤੱਕ ਇਸ ਸਾਰੀ ਜਾਇਦਾਦ ਦੀ ਦੇਖਭਾਲ ਦੀ ਜ਼ਿੰਮੇਵਾਰੀ ਮੇਰੇ ਦੂਜੇ ਪਿਤਾ ਦੀ ਸੀ। ਮੇਰੀ ਮਾਂ ਦੇ ਦੇਹਾਂਤ ਤੋਂ ਬਾਅਦ ਹੀ ਮੇਰੇ ਦੂਜੇ ਪਿਤਾ ਨੇ ਆਪਣਾ ਰਵੱਈਆ ਮੇਰੇ ਨਾਲ ਬਦਲ ਲਿਆ। ਉਹਨਾਂ ਨੇ ਮੇਰਾ ਸਕੂਲ ਜਾਣਾ ਵੀ ਬੰਦ ਕਰਵਾ ਦਿੱਤਾ ਤੇ ਮੈਨੂੰ ਸਿਰਫ ਕਮਰੇ 'ਚ ਬੰਦ ਕਰਕੇ ਰੱਖਦੇ ਸਨ। ਮੈਨੂੰ ਖਾਣ ਪੀਣ ਨੂੰ ਵੀ ਨਹੀਂ ਦਿੰਦੇ ਸਨ। ਜਦੋਂ ਮੇਰੀ ਮਰਨ ਦੀ ਹਾਲਤ ਹੋ ਜਾਂਦੀ ਤਾਂ ਮੈਨੂੰ ਥੋੜਾ ਜਿਹਾ ਪਾਣੀ ਤੇ ਥੋੜਾ ਜਿਹਾ ਖਾਣਾ ਦੇ ਦਿਆ ਕਰਦੇ ਸਨ। ਸਾਰਾ ਦਿਨ ਉਹ ਘਰ 'ਚ ਗਲਤ ਕੰਮ ਕਰਦੇ ਸਨ। ਉਹਨਾਂ ਨੇ ਸਾਰੇ ਵਫਾਦਾਰ ਨੌਕਰਾਂ ਨੂੰ ਵੀ ਘਰੋਂ ਕੱਢ ਦਿੱਤਾ ਸੀ ਤੇ ਆਪਣੇ ਵਰਗੇ ਹੀ ਪੈਸਿਆਂ ਦੇ ਲਾਲਚੀ ਆਦਮੀਆਂ ਨੂੰ ਘਰ 'ਚ ਕੰਮ ਤੇ ਰੱਖ ਲਿਆ ਸੀ। ਉਹ ਉਹਨਾਂ ਦੇ ਕਹਿਣ ਤੇ ਸਭ ਕੁਝ ਕਰਦੇ ਸਨ। ਜਦੋਂ ਮੈਂ ਕਮਰੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਉਹ ਤੇ ਉਹਨਾਂ ਦੇ ਨੌਕਰ ਮੈਨੂੰ ਮਾਰਦੇ ਸਨ। ਉਹਨਾਂ ਨੇ ਦਫ਼ਤਰ ਜਾਣਾ ਵੀ ਬੰਦ ਕਰ ਦਿੱਤਾ ਸੀ। ਇੱਕ ਦਿਨ ਜਦੋਂ ਮੈਂ ਕਮਰੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਿਤਾ ਦੇ ਇੱਕ ਨੌਕਰ ਨੇ ਮੈਨੂੰ ਦੇਖ ਲਿਆ। ਉਸਨੇ ਮੇਰੇ ਪਿਤਾ ਨੂੰ ਦੱਸ ਦਿੱਤਾ। ਉਸ ਤੋਂ ਬਾਅਦ ਮੈਨੂੰ ਸਿਰਫ ਕਮਰੇ 'ਚ ਹੀ ਨਹੀਂ ਬੰਦ ਕਰ ਦਿੱਤਾ, ਸਗੋਂ ਮੈਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਇੱਕ ਦਿਨ ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਆਪਣੀ ਮੌਤ ਨਹੀਂ ਮਰੀ, ਸਗੋਂ ਉਹਨਾਂ ਨੇ ਹੀ ਉਸ ਨੂੰ ਮਾਰਿਆ ਹੈ। ਉਹਨਾਂ ਨੇ ਮੇਰੀ ਮਾਂ ਨੂੰ ਕੋਈ ਅਜਿਹੀ ਦਵਾਈ ਦਿੱਤੀ ਸੀ ਜਿਸ ਕਰਕੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਸਨੇ ਮੈਨੂੰ ਦੱਸਿਆ ਕਿ ਤੇਰੇ ਪਿਤਾ ਦੀ ਜਾਇਦਾਦ ਹਾਸਲ ਕਰਨ ਲਈ ਉਸਨੇ ਇਹ ਸਭ ਕੁਝ ਕੀਤਾ। ਤੇਰੀ ਮਾਂ ਦੇ ਮਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸਾਰੀ ਜਾਇਦਾਦ ਤੇਰੇ ਨਾਂ ਹੈ। ਉਹ ਤਾਂ ਮੈਨੂੰ ਵੀ ਮਾਰਨਾ ਚਾਹੁੰਦਾ ਸੀ, ਪਰ 18 ਸਾਲ ਤੋਂ ਪਹਿਲਾਂ ਜੇਕਰ ਉਹ ਮੈਨੂੰ ਮਾਰ ਦਿੰਦੀ ਜਾਂ ਮੈਨੂੰ ਕੁਝ ਹੋ ਜਾਂਦਾ ਤਾਂ ਸਾਰੀ ਜਾਇਦਾਦ ਟਰਸਟ ਨੂੰ ਚਲੀ ਜਾਂਦੀ। ਉਸਦੇ ਹੱਥ ਕੁਝ ਨਾ ਲੱਗਦਾ। ਇਸ ਲਈ ਉਸਨੇ ਮੈਨੂੰ ਅਜੇ ਤੱਕ ਜਿਉਂਦਾ ਰੱਖਿਆ ਸੀ, ਪਰ ਅਜਿਹਾ ਜਿਉਂਦਾ ਰਹਿਣਾ ਮੌਤ ਤੋਂ ਵੀ ਬੱਤਰ ਸੀ। ਉਹ ਇਹ ਵੀ ਚਾਹੁੰਦਾ ਸੀ ਕਿ ਮੈਂ ਪਾਗਲ ਹੋ ਜਾਵਾਂ, ਕਿਉਂਕਿ ਇਸ ਹਾਲਤ ਸਾਰੀ ਜਾਇਦਾਦ ਸਿਰਫ ਉਸਦੇ ਹੱਥ ਆਉਂਦੀ। ਉਸਦੇ ਜ਼ੁਲਮ ਕਰਕੇ ਮੇਰੇ ਦਿਮਾਗ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸ਼ਾਇਦ ਮੈਂ ਪਾਗਲ ਹੀ ਹੋ ਜਾਂਦਾ ਤੇ ਜੇਕਰ ਬਚ ਜਾਂਦਾ ਤਾਂ 18 ਸਾਲ ਤੋਂ ਬਾਅਦ ਉਹ ਜ਼ਬਰਦਸਤੀ ਸਾਰੇ ਪੇਪਰਾਂ ਤੇ ਮੇਰੇ ਤੋਂ ਸਾਈਨ ਕਰਵਾ ਕੇ ਮੇਰਾ ਕਤਲ ਕਰ ਦਿੰਦਾ। ਮੇਰੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਮੈਂ ਘਰ ਦੇ ਸਾਰੇ ਨੌਕਰਾਂ ਤੋਂ ਆਪਣੇ ਪਿਤਾ ਦੇ ਦੋਸਤਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਇੱਥੋਂ ਜਾਣ ਦਿਓ, ਪਰ ਕੋਈ ਮੇਰੀ ਗੱਲ ਨਾ ਸੁਣਦਾ। ਸਗੋਂ ਸਾਰੇ ਮੇਰਾ ਮਜ਼ਾਕ ਉਡਾਉਂਦੇ ਸਨ ਤੇ ਮੈਨੂੰ ਪਾਗਲ ਆਖਦੇ ਸਨ। ਕੁਝ ਸਾਲ ਇਸ ਤਰ੍ਹਾਂ ਹੀ ਇੱਕ ਕਮਰੇ 'ਚ ਬੰਦ ਰਿਹਾ। ਮੈਨੂੰ ਸਿਰਫ ਇੰਨਾ ਹੀ ਖਾਣ ਪੀਣ ਨੂੰ ਦਿੱਤਾ ਜਾਂਦਾ ਜਿਸ ਕਰਕੇ ਮੈਂ ਜਿਉਂਦਾ ਰਹਿ ਸਕਾਂ। ਇੱਕ ਵਾਰ ਇੱਕ ਨੌਕਰ ਜਦੋਂ ਮੇਰੇ ਕੋਲ ਖਾਣਾ ਲੈ ਕੇ ਆਇਆ ਤਾਂ ਉਸਨੇ ਮੇਰੇ ਤੋਂ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਇਸ ਤਰ੍ਹਾਂ ਕਿਵੇਂ ਰਹਿ ਰਿਹਾ ਹੈ। ਮੈਂ ਉਸ ਤੋਂ ਪੁੱਛਿਆ ਕਿ ਤੂੰ ਕੌਣ ਹੈ, ਮੈਂ ਤੈਨੂੰ ਪਹਿਲੀ ਵਾਰ ਇਸ ਘਰ 'ਚ ਦੇਖਿਆ ਹੈ। ਉਸਨੇ ਦੱਸਿਆ ਕਿ ਉਹ ਨਵਾਂ ਨੌਕਰੀ ਤੇ ਆਇਆ ਹੈ। ਫਿਰ ਮੈਂ ਉਸਨੂੰ ਆਪਣੀ ਸਾਰੀ ਕਹਾਣੀ ਦੱਸੀ। ਉਸਨੂੰ ਸੁਣ ਕੇ ਬਹੁਤ ਦੁੱਖ ਹੋਇਆ। ਉਸਨੇ ਮੈਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਤੇਰੀ ਮਦਦ ਜ਼ਰੂਰ ਕਰਾਂਗਾ। ਕੋਈ ਆਦਮੀ ਇੰਨੇ ਛੋਟੇ ਬੱਚੇ ਤੇ ਇੰਨਾ ਜ਼ੁਲਮ ਕਿਵੇਂ ਕਰ ਸਕਦਾ ਹੈ, ਉਹ ਵੀ ਸਿਰਫ ਜਾਇਦਾਦ ਲਈ। ਤੂੰ ਇੰਨਾ ਕੁਝ ਬਰਦਾਸ਼ਤ ਕੀਤਾ ਹੈ, ਭਗਵਾਨ ਤੇਰੇ ਨਾਲ ਜ਼ਰੂਰ ਕੁਝ ਚੰਗਾ ਕਰੇਗਾ। ਇੱਕ ਦਿਨ ਜਦੋਂ ਮੇਰਾ ਦੂਜਾ ਪਿਤਾ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤਾਂ ਉਸ ਨੌਕਰ ਨੇ ਮੇਰੀ ਮਦਦ ਕੀਤੀ ਘਰੋਂ ਭੱਜਣ ਦੀ ਤੇ ਉਹ ਕਾਮਯਾਬ ਹੋ ਗਿਆ। ਉਸ ਤੋਂ ਬਾਅਦ ਉਹ ਨੌਕਰ ਮੈਨੂੰ ਆਪਣੇ ਪਿੰਡ ਲੈ ਗਿਆ। ਉਸਨੇ ਮੈਨੂੰ ਆਪਣੇ ਨਾਲ ਹੀ ਰੱਖਿਆ। ਜਦੋਂ ਮੈਂ 18 ਸਾਲ ਦਾ ਹੋ ਗਿਆ ਤਾਂ ਮੈਂ ਆਪਣੇ ਪਿਤਾ ਦੇ ਵਕੀਲ ਕੋਲ ਚਲਾ ਗਿਆ। ਉਹ ਮੇਰੇ ਪਿਤਾ ਜੀ ਦੇ ਦੋਸਤ ਸਨ, ਇਸ ਲਈ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਪੁੱਛਿਆ ਕਿ ਮੈਂ ਜਿਉਂਦਾ ਕਿਵੇਂ ਹਾਂ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਸਾਰੀ ਜਾਇਦਾਦ ਮੈਨੂੰ ਵਾਪਸ ਕਰਵਾਉਣ 'ਚ ਮੇਰੀ ਮਦਦ ਕੀਤੀ। ਜਦੋਂ ਮੇਰੇ ਦੂਜੇ ਪਿਤਾ ਨੂੰ ਪਤਾ ਲੱਗਿਆ ਤਾਂ ਉਸਨੇ ਸਾਰਿਆਂ ਸਾਹਮਣੇ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗਣ ਦਾ ਡਰਾਮਾ ਕੀਤਾ। ਮੈਂ ਉਸ ਨੂੰ ਸਾਰਿਆਂ ਦੇ ਸਾਹਮਣੇ ਮਾਫ ਕਰ ਦਿੱਤਾ ਤੇ ਉਸ ਨਾਲ ਆਪਣੇ ਘਰ ਵਾਪਸ ਆ ਗਿਆ। ਪਰ ਮੇਰੇ ਦਿਲ 'ਚ ਉਸ ਲਈ ਨਫ਼ਰਤ ਖਤਮ ਨਹੀਂ ਹੋਈ ਸੀ। ਮੈਂ ਚਾਹੁੰਦਾ ਸੀ ਕਿ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੇ, ਪਰ ਮੇਰੇ ਕੋਲ ਉਸਦੇ ਪਾਪਾਂ ਦਾ ਕੋਈ ਸਬੂਤ ਨਹੀਂ ਸੀ। ਉਸ ਕਰਕੇ ਹੀ ਮੈਂ ਆਪਣੀ ਪੜ੍ਹਾਈ ਵੀ ਨਹੀਂ ਕਰ ਸਕਿਆ ਸੀ ਤੇ ਮੈਂ ਆਪਣਾ ਬਚਪਨ ਵੀ ਗਵਾ ਦਿੱਤਾ ਸੀ ਤੇ ਇਸ ਕਰਕੇ ਹੀ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ। ਮੈਂ ਅਜਿਹੇ ਆਦਮੀ ਨੂੰ ਕਿਵੇਂ ਮਾਫ ਕਰ ਸਕਦਾ ਸੀ ਜਿਸ ਨੇ ਮੇਰੇ ਤੋਂ ਸਭ ਕੁਝ ਖੋਹ ਲਿਆ ਸੀ, ਉਹ ਵੀ ਸਿਰਫ ਜਾਇਦਾਦ ਲਈ। ਮੈਂ ਤਾਂ ਉਹਨਾਂ ਨਾਲ ਇੰਨਾ ਪਿਆਰ ਕਰਦਾ ਸੀ, ਜੇਕਰ ਉਹ ਮੇਰੇ ਤੋਂ ਪਿਆਰ ਨਾਲ ਮੰਗਦਾ
ਤਾਂ ਮੈਂ ਖੁਸ਼ੀ-ਖੁਸ਼ੀ ਸਭ ਕੁਝ ਉਸਦੇ ਨਾ ਕਰ ਦਿੰਦਾ, ਪਰ ਉਸਨੇ ਮੇਰੇ ਤੇ ਮੇਰੀ ਮਾਂ ਨਾਲ ਇੰਨਾ ਵੱਡਾ ਧੋਖਾ ਕੀਤਾ, ਜਿਸ ਲਈ ਮੈਂ ਉਸਨੂੰ ਕਦੇ ਮਾਫ਼ ਨਹੀਂ ਕਰ ਸਕਦਾ। ਤੂੰ ਉੱਪਰ ਸਟੋਰ 'ਚ ਜਿਸ ਆਦਮੀ ਨੂੰ ਰੱਸੀਆਂ ਨਾਲ ਬੰਨ੍ਹਿਆ ਹੋਇਆ ਦੇਖਿਆ ਹੈ, ਉਹ ਮੇਰਾ ਦੂਜਾ ਪਿਤਾ ਹੀ ਹੈ, ਜੋ ਉਸਨੇ ਮੇਰੇ ਨਾਲ ਕੀਤਾ। ਉਸ ਤੋਂ ਬਾਅਦ ਉਸਨੂੰ ਸਜ਼ਾ ਮਿਲਣੀ ਜ਼ਰੂਰੀ ਸੀ, ਪਰ ਮੈਂ ਉਸ ਵਾਂਗ ਜ਼ਾਲਮ ਨਹੀਂ ਸੀ। ਮੈਂ ਉਸਨੂੰ ਸਮੇਂ ਤੇ ਖਾਣਾ ਵੀ ਦਿੰਦਾ ਹਾਂ ਤੇ ਪਾਣੀ ਵੀ ਪਿਆਉਂਦਾ ਹਾਂ ਤੇ ਉਸ ਤੇ ਕੋਈ ਜ਼ੁਲਮ ਵੀ ਨਹੀਂ ਕਰਦਾ। ਬਸ ਮੈਂ ਉਸਨੂੰ ਰੱਸੀਆਂ ਨਾਲ ਬੰਨ੍ਹ ਕੇ ਕਮਰੇ 'ਚ ਬੰਦ ਕਰ ਰੱਖਿਆ ਹੈ। ਹੁਣ ਜਦੋਂ ਤੱਕ ਉਹ ਜਿਉਂਦਾ ਹੈ, ਮੈਂ ਉਸਨੂੰ ਇਸ ਤਰ੍ਹਾਂ ਹੀ ਕੈਦ 'ਚ ਰੱਖਾਂਗਾ। ਸੋ ਦੋਸਤੋ, ਅੰਕਲ ਨੇ ਆਪਣੇ ਦੂਜੇ ਪਿਤਾ ਨਾਲ ਜੋ ਕੀਤਾ ਉਹ ਸਹੀ ਕੀਤਾ। ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ, ਇਹ ਵੀ ਜ਼ਰੂਰ ਦੱਸਣਾ। ਤੇ ਜੇਕਰ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਤੇ ਤੁਸੀਂ ਪਹਿਲੀ ਵਾਰ ਆਏ ਹੋ, ਤਾਂ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਇਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ, ਤਾਂ ਕਿ ਸਾਡੀਆਂ ਕਹਾਣੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।